ਡੰਗਰ ਬੋਲੀ। ਉਹ ਮੇਰੇ ਉੱਤੇ ਫਤਵਾ ਲਾਉਣ ਨੂੰ ਫਿਰਦੇ ਨੇ। ਉਹਨਾਂ ਨੂੰ ਸ਼ੱਕ ਹੈ ਭਈ ਮੈਂ ਆਪਣਾ ਅਕੀਦਾ ਬਦਲ ਲਿਆ ਹੈ, ਪਰ ਇਹ ਝੂਠ ਹੈ। ਮੈਂ ਅਕੀਦਾ ਨਹੀਂ ਬਦਲਿਆ, ਸਿਰਫ ਮਾਸ ਖਾਣਾ ਛੱਡਿਆ ਹੈ। ਇਹ ਕੋਈ ਅਚਰਜ ਗੱਲ ਨਹੀਂ। ਦੁਨੀਆ ਵਿੱਚ ਕਿੰਨੇ ਹੀ ਲੋਕੀ ਵੈਜੀਟੇਰੀਅਨ ਨੇ, ਮਾਸ ਨਹੀਂ ਖਾਂਦੇ। ਉਹਨਾਂ ਦੀਆਂ ਮਾਸ ਨਾ ਖਾਣ ਦੀਆਂ ਮਜ਼ਹਬੀ, ਨਜ਼ਰੀਆਤੀ, ਤਿੱਬੀ ਤੇ ਨਫਸੀਆਤੀ ਕਈ ਵਜ੍ਹਾ ਹੋ ਸਕਦੀਆਂ ਨੇ। ਮੇਰਾ ਇੱਕ ਪੜਾਕੂ ਸੰਗੀ ਮਾਸਖੋਰੀ ਨੂੰ ਇਨਸਾਨ ਦੇ ਕਦੀਮ ਵਹਿਸ਼ੀਪਣ ਨਾਲ ਜੋੜਦਾ ਹੈ। ਇੱਕ ਹੋਰ ਬੇਲੀ ਦਾ ਨਿੱਕੇ ਹੁੰਦਿਆਂ ਇੱਕ ਵਾਰੀ ਜ਼ੁਕਾਮ ਵਿਗੜ ਗਿਆ ਸੀ ਤੇ ਉਹਨੂੰ ਹਰ ਸ਼ੈ ਵਿੱਚੋਂ ਬਦਬੂ ਆਉਣ ਲੱਗ ਪਈ ਸੀ। ਘਰ ਵਾਲਿਆਂ ਉਹਨੂੰ ਧੱਕੋ ਧੱਕੀ ਯਖਣੀ ਪਿਆ ਦਿੱਤੀ, ਜਿਹਦੇ ਵਿੱਚੋਂ ਉਹਨੂੰ ਮੁਤਰਾੜ ਦੀ ਬੋ ਆਈ ਤੇ ਉਲਟੀ ਹੋ ਗਈ। ਤੇ ਭਾਵੇਂ ਇਹ ਬਦਬੂ ਉਹਦੇ ਆਪਣੇ ਅੰਦਰ ਪੈਦਾ ਹੋ ਗਈ ਹੋਵੇ, ਪਰ ਉਸ ਦੇਹ ਤੋਂ ਉਹਦਾ ਮਾਸ ਖਾਣ ਤੋਂ ਦਿਲ ਚੜ੍ਹ ਗਿਆ। ਪਰ ਮੇਰਾ ਮਸਲਾ ਸਭ ਤੋਂ ਵੱਖਰਾ ਹੈ। ਮੈਂ ਨਿੱਕੇ ਹੁੰਦਿਆਂ ਤੋਂ ਗੋਸ਼ਤ ਖਾਣ ਦਾ ਬੜਾ ਸ਼ੌਕੀਨ ਸਾਂ ਤੇ ਭੁੰਨਿਆ ਹੋਇਆ ਗੋਸ਼ਤ ਮੈਨੂੰ ਬਹੁਤ ਹੀ ਪਸੰਦ ਸੀ। ਹਾਲਾਂ ਕਈ ਵਾਰੀ ਡਾਕਟਰ ਮੇਰੇ ਖੂਨ ਵਿੱਚ ਯੂਰਿਕ ਐਸਿਡ ਦੀ ਜ਼ਿਆਦਤੀ ਭਾਰੋਂ ਗੋਸ਼ਤਖੋਰੀ ਤੋਂ ਹਿਟਕਿਆ, ਪਰ ਮੈਂ ਉਹਦੀ ਹਿਦਾਇਤ 'ਤੇ ਕਦੀ ਅਮਲ ਨਾ ਕਰ ਸਕਿਆ। ਹੁਣ ਕੁਝ ਚਿਰ ਤੋਂ ਮੈਂ ਗੋਸ਼ਤ ਖਾਣਾ ਉੱਕਾ ਛੱਡ ਦਿੱਤਾ ਹੈ, ਪਰ ਇਹਦੀ ਵਜ੍ਹਾ ਅਕੀਦੇ ਦੀ ਤਬਦੀਲੀ ਨਹੀਂ। ਮੇਰਾ ਖਿਆਲ ਏ ਮੈਂ ਹੁਣ ਅਸਲੀ ਤੇ ਵਿਚਲੀ ਗੱਲ ਦੱਸ ਹੀ ਦਿਆਂ, ਨਹੀਂ ਤੇ ਸੱਚੀ ਮੁੱਚੀ ਕਿਧਰੇ ਕੋਈ ਫਤਵਾ ਹੀ ਨਾ ਲੱਗ ਜਾਏ। ਮੈਨੂੰ ਨਿੱਕੇ ਹੁੰਦਿਆਂ ਤੋਂ ਨਵੀਆਂ ਬੋਲੀਆਂ ਸਿੱਖਣ ਦਾ ਬੜਾ ਸ਼ੌਕ ਸੀ ਤੇ ਮੈਂ ਬੋਲੀਆਂ ਸਿੱਖੀਆਂ ਵੀ। ਪਰ ਸੱਚੀ ਗੱਲ ਏ ਮੇਰਾ ਪਸ਼ੂਆਂ ਤੇ ਡੰਗਰਾਂ ਤੇ ਉਹ ਵੀ ਭੇਡਾਂ ਬੱਕਰੀਆਂ ਦੀ ਜ਼ੁਬਾਨ ਸਿੱਖਣ ਦਾ ਕੋਈ ਇਰਾਦਾ ਨਹੀਂ ਸੀ। ਬਸ ਇਹ ਜ਼ੁਬਾਨ ਸੁਣ ਕੇ ਮੈਨੂੰ ਆਪੋ ਆ ਗਈ। ਉਸ ਵੇਲੇ ਅਸੀਂ ਪਿੰਡ ਵਿੱਚ ਰਹਿੰਦੇ ਸਾਂ। ਰਾਤ ਨੂੰ ਖੁੱਲ੍ਹੀ ਛੱਤ 'ਤੇ ਸੌਂਦੇ ਸਾਂ ਤੇ ਚੁਫੇਰੇ ਦੇ ਬਾਕਾਂ ਵਾੜਿਆਂ ਤੋਂ ਭੇਡਾਂ ਬੱਕਰੀਆਂ ਦੇ ਬੋਲਣ ਦੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਸਨ। ਭੇਡਾਂ ਬੱਕਰੀਆਂ ਦਾ ਇੱਕ ਵਾੜਾ ਤੇ ਅਸਲੋਂ ਸਾਡੇ ਗੁਆਂਢ ਸੀ। ਮੈਂ ਰਾਤ ਨੂੰ ਚਿਰ ਤਿੱਕਰ ਸਕੂਲ ਦਾ ਕੰਮ ਕਰਦਾ ਤੇ ਜਾਗਦਾ ਰਹਿੰਦਾ, ਪਰ ਭੇਡਾਂ ਬੱਕਰੀਆਂ ਤੇ ਉਹਨਾਂ ਦੇ ਲੇਲਿਆਂ ਪਠੋਰਿਆਂ ਦੀਆਂ ਆਵਾਜ਼ਾਂ ਸੁਣਦਾ ਰਹਿੰਦਾ। ਹੁਨਾਲ ਦਿਆਲ ਹਨੇਰੀਆਂ ਰਾਤਾਂ ਵਿੱਚ ਬਾਕਾਂ ਦੇ ਚਾਰ ਚੁਫੇਰੇ ਬਘਿਆੜ ਭੌਂਦੇ ਰਹਿੰਦੇ। ਇੱਕ ਵਾਰੀ ਬਘਿਆੜ ਵਾੜੇ ਵਿੱਚ ਵੀ ਆ ਵੜਿਆ ਤੇ ਭੇਡ ਦੀਆਂ ਲੀਲਾ ਚੁੱਕ ਕੇ ਲੈ ਗਿਆ। ਬਘਿਆੜਾਂ ਦੇ ਡਰ ਤੋਂ ਭੇਡਾਂ ਬੱਕਰੀਆਂ ਤੇ ਲੇਲੇ ਹਰ ਵੇਲੇ ਡਰੇ ਤੇ ਸਹਿਮੇ ਰਹਿੰਦੇ। ਰਾਤ ਜਿੰਨੀ ਹਨੇਰੀ ਹੁੰਦੀ, ਉਹ ਡਰ ਨਾਲ ਓਨਾ ਹੀ ਬਹੁਤਾ ਮਿਆਕਦੇ। ਕਦੀ ਚੁੱਪ ਚਾਣ ਹੋ ਜਾਂਦੀ ਤੇ ਮੈਂ ਤ੍ਰਹਿ ਜਾਂਦਾ, ਕਿਧਰੇ ਵਾੜੇ ਵਿੱਚ ਬਘਿਆੜ ਤੇ ਨਹੀਂ ਆ ਵੜਿਆ। ਮੈਂ ਲੈਂਪ ਬੁਝਾ ਕੇ ਸੌਣ ਦੀ ਕੋਸ਼ਿਸ਼ ਕਰਦਾ, ਪਰ ਉਹਨਾਂ ਦੀਆਂ ਆਵਾਜ਼ਾਂ ਮੈਨੂੰ ਸੌਣ ਨਾ ਦਿੰਦੀਆਂ। ਫਿਰ ਪਤਾ ਨਹੀਂ ਕਿਸ ਤਰ੍ਹਾਂ ਆਪਣੇ ਆਪ ਉਹਨਾਂ ਦੀ ਜ਼ੁਬਾਨ ਮੇਰੀ ਸਮਝ ਵਿੱਚ ਆਉਣ ਲੱਗ ਪਈ। ਸਾਰੀ ਰਾਤ ਪਠੋਰੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ। ਮਾਂ, ਮੈਨੂੰ ਡਰ ਲੱਗਦਾ ਹੈ। ਬੇਬੇ, ਭੁੱਖ ਲੱਗੀ ਏ। ਮਾਂ, ਦੇਹ ਕਦੋਂ ਚੜ੍ਹੇਗਾ? ਹਾਏ, ਮੈਨੂੰ ਪਾਲਾ ਲੱਗਦਾ। ਤੇ ਹਰ ਮਾਂ ਵਾਂਗੂ ਉਹਨਾਂ ਦੀਆਂ ਮਾਵਾਂ ਵੀ ਝੂਠੀਆਂ ਸੱਚੀਆਂ ਤਸੱਲੀਆਂ ਦਿੰਦੀਆਂ ਰਹਿੰਦੀਆਂ। ਇੱਕ ਵਾਰੀ ਅੱਬੇ ਹੁਰਾਂ ਨੂੰ ਖੌਰੇ ਕੀ ਬਿਮਾਰੀ ਆ ਚਿੰਬੜੀ। ਹਕੀਮ ਹੁਰਾਂ ਉਹਨਾਂ ਨੂੰ ਗੋਲੀਆਂ ਦਿੱਤੀਆਂ ਤੇ 40 ਦਿਨ ਬੱਕਰੀ ਦੇ ਦੁੱਧ ਨਾਲ ਖਾਣ ਦੀ ਹਿਦਾਇਤ ਕੀਤੀ। ਕੁਝ ਦਿਨ ਤੇ ਅੱਬੇ ਹੁਰੀ ਗੁਆਂਢੀਆਂ ਤੋਂ ਦੁੱਧ ਮੰਗ ਕੇ ਕੰਮ ਚਲਾਉਂਦੇ ਰਹੇ। ਫਿਰ ਉਹਨਾਂ ਇੱਕ ਲਿਆਰੀ ਬੱਕਰੀ ਆਪੋ ਮੁੱਲ ਲੈ ਲਈ। ਉਹਦੇ ਨਾਲ ਤੋਂ ਨਿੱਕੇ ਪਠੋਰੇ ਸਨ, ਇੱਕ ਕਾਲਾ, ਦੂਜਾ ਡੱਬ ਖੜੱਬਾ। ਮੇਰੀ ਉਹਨਾਂ ਨਾਲ ਛੇਤੀ ਹੀ ਗੂੜੀ ਦੋਸਤੀ ਹੋ ਗਈ ਤੇ ਮੈਨੂੰ ਬੱਕਰਾ ਬੋਲੀ ਸਿੱਖਣ ਦਾ ਚੰਗਾ ਮੌਕਾ ਲੱਭ ਗਿਆ। ਮੈਂ ਸਕੂਲੋਂ ਆ ਕੇ ਦੇਰ ਤੀਕਰ ਉਹਨਾਂ ਨਾਲ ਖੇਡਦਾ ਰਹਿੰਦਾ। ਉਹਨਾਂ ਨੂੰ ਆਪਣੇ ਕਾਇਦੇ ਤੇ ਕਿਤਾਬਾਂ ਵਿੱਚੋਂ ਕਹਾਣੀਆਂ ਤੇ ਨਜ਼ਮਾਂ ਪੜ੍ਹ ਕੇ ਸੁਣਾਉਂਦਾ। ਸ਼ਾਮ ਵੇਲੇ ਆਪਣੇ ਨਾਲ ਪੈਲੀਆਂ ਵਿੱਚ ਲੈ ਜਾਂਦਾ। ਉਹਨਾਂ ਲਈ ਰੁੱਖਾਂ ਦੀਆਂ ਟਾਹਣੀਆਂ ਤਰੋੜਦਾ,
ਉਹ ਟਾਹਣੀਆਂ ਨਾਲੋਂ ਪੱਤਰ ਲਾ ਭਰਦੇ ਤੇ ਮੈਂ ਪਹਾੜੇ ਯਾਦ ਕਰਦਾ ਰਹਿੰਦਾ। ਲੌਂਗ ਪੱਤਰ ਖਾਂਦਿਆਂ, ਘਾਹ ਚਰਦਿਆਂ ਤੇ ਪਹਾੜੇ ਯਾਦ ਕਰਦਿਆਂ ਅਸੀਂ ਆਪਸ ਵਿੱਚ ਗੱਲਾਂ ਵੀ ਕਰਦੇ ਰਹਿੰਦੇ। ਰਾਤ ਨੂੰ ਉਹ ਆਪਣੀ ਮਾਂ ਨੂੰ ਸਾਰੇ ਦਿਨ ਦੀ ਕਾਰਗੁਜ਼ਾਰੀ ਦੱਸਦੇ। ਇੱਕ ਦੂਜੇ ਨਾਲ ਅੜੀ ਲਾ ਕੇ ਨੱਸਣ, ਭੱਜਣ, ਛਾਲਾਂ ਮਾਰਨ, ਖਾਲ ਤੇ ਟੋਏ ਟੱਪਣ, ਉੱਚੇ ਬਰੂਟਿਆਂ, ਟਿੱਬਿਆਂ ਤੇ ਚੜ੍ਹ ਕੇ ਪੱਤਰ ਮੱਛਣ ਵਿੱਚ ਇੱਕ ਦੂਜੇ ਤੋਂ ਬਾਜ਼ੀ ਲੈ ਜਾਣ ਦੀਆਂ ਲਾਫਾਂ ਮਾਰਦੇ। ਮੈਂ ਵੱਡਾ ਹੋ ਗਿਆ, ਇੱਕ ਆਖਦਾ। ਮੈਂ ਇਹਦੇ ਨਾਲੋਂ ਤਗੜਾ, ਦੂਜਾ ਕਹਿੰਦਾ। ਬੱਕਰੀ ਉਹਨਾਂ ਦੇ ਤਗੜੇ ਤੇ ਵੱਡਿਆਂ ਹੋ ਜਾਣ ਦੀਆਂ ਗੱਲਾਂ ਸੁਣ ਕੇ ਉਦਾਸ ਹੋ ਜਾਂਦੀ ਤੇ ਆਖਦੀ, ਸ਼ਾਲਾ ਤੁਸੀਂ ਨਿੱਕੇ ਹੀ ਰਹੋ, ਕਦੀ ਵੱਡੇ ਨਾ ਹੋਵੋ। ਉਹਨਾਂ ਦੀ ਸਮਝ ਵਿੱਚ ਨਾ ਆਉਂਦਾ ਮਾਂ ਇੰਜ ਕਿਉਂ ਸੋਚਦੀ ਏ, ਤੇ ਆਖਦੀ ਸੀ। ਉਹ ਰੁੱਸ ਜਾਂਦੇ ਤੇ ਬੜਾ ਚਿਰ ਰੁੱਸੇ ਰਹਿੰਦੇ। ਮੈਨੂੰ ਵੀ ਇਹ ਦੱਸਣਾ ਕਦੀ ਚੰਗਾ ਨਾ ਲੱਗਾ ਵੀ ਉਹਨਾਂ ਦੇ ਵੱਡੇ ਹੋਣ ਨਾਲ ਕਿਵੇਂ ਦੇ ਹਾਲਾਤ ਪੈਦਾ ਹੋ ਸਕਦੇ ਨੇ। ਫਿਰ ਇੱਕ ਦਿਨ ਦੱਬ ਖੜੱਬਾ ਗਵਾਚ ਗਿਆ। ਅਸਾਂ ਬੜਾ ਲੱਭਿਆ, ਪਰ ਉਹਦਾ ਕੋਈ ਖੁਰਾ ਥੋ ਨਾ ਲੱਗਾ। ਬੱਕਰੀ ਕਿੰਨੇ ਦਿਨ ਉਹਨੂੰ ਯਾਦ ਕਰਕੇ ਮਿਆਕਦੀ ਰਹੀ। ਮੈਂ ਤੇ ਕਾਲਾ ਵੀ ਉਹਨੂੰ ਯਾਦ ਕਰਦੇ ਰਹੇ। ਫਿਰ ਅਖੀਰ ਹੌਲੀ ਹੌਲੀ ਭੁੱਲ ਗਏ। ਕਾਲਾ ਹੁਣ ਹੋਰ ਵੱਡਾ ਹੋ ਗਿਆ ਸੀ। ਉਹਦੇ ਸਿੰਗ ਉੱਚੇ ਤੇ ਤਿੱਖੇ ਹੋ ਗਏ ਸਨ। ਉਹਦੇ ਕੋਲੋਂ ਵੱਡੇ ਬੱਕਰੀਆਂ ਵਰਗੀ ਬੋ ਆਉਣ ਲੱਗ ਪਈ ਸੀ। ਵਡੇਰੀ ਉਮਰ ਦੇ ਬੰਦੇ ਉਹਦਾ ਮੂੰਹ ਖੋਲ ਕੇ ਉਹਦੇ ਦੰਦ ਗਿਣਦੇ ਤੇ ਉਹਦੇ ਪੱਠੇ ਉੱਤੇ ਹੱਥ ਰੱਖ ਕੇ ਮਾਸ ਦਾ ਭਰਵਾਂ ਰੁੱਗ ਭਰਦੇ। ਉਹਨੂੰ ਬਹੁ ਜਲੂਣ ਹੁੰਦੀ, ਪਰ ਉਹ ਚੁੱਪ ਰਹਿੰਦਾ। ਮੇਰੇ ਹਾਣੀ ਮੁੰਡੇ, ਭਾਵੇਂ ਉਹ ਕਿਸੇ ਨੂੰ ਕੁਝ ਨਹੀਂ ਸੀ ਕਹਿੰਦਾ, ਉਹਦੇ ਕੋਲੋਂ ਡਰਦੇ ਤਰਿੰਦੇ। ਮੈਂ ਸਕੂਲੋਂ ਆ ਕੇ ਉਹਨੂੰ ਨਾਲ ਲੈ ਕੇ ਫਿਰਦਾ ਰਹਿੰਦਾ। ਅਸੀਂ ਇੱਕ ਦੂਜੇ ਦੀ ਬੋਲੀ ਨਹੀਂ, ਇਸ਼ਾਰੇ ਵੀ ਸਮਝਦੇ ਸਾਂ। ਮੈਂ ਉਹਨੂੰ ਜਿੱਥੇ ਬੁਲਾਉਂਦਾ ਉਹ ਨੱਸਦਾ ਆਉਂਦਾ। ਜਿਸ ਗੱਲ ਤੋਂ ਹੌੜਦਾ, ਮਨਾ ਹੋ ਜਾਂਦਾ। ਮੈਂ ਜਿੱਧਰ ਜਾਂਦਾ ਉਹ ਮੇਰੇ ਪਿੱਛੇ ਪਿੱਛੇ ਆ ਜਾਂਦਾ। ਮੈਨੂੰ ਦੂਰੋਂ ਸਿਆਣ ਲੈਂਦਾ। ਪਰ ਇੱਕ ਵਾਰੀ ਉਹਨੂੰ ਭੁਲੇਖਾ ਲੱਗ ਗਿਆ। ਸ਼ੀਕੂ ਨਾਈ ਦੀ ਮਾਂ ਸਾਡੇ ਘਰ ਉਲਾਮਾ ਲੈ ਕੇ ਆਈ ਵੀ ਤੁਹਾਡੇ ਬੱਕਰੇ ਮਾਰਨ ਲਈ ਮੇਰੇ ਮੁੰਡੇ ਦਾ ਦੂਰ ਤਿੱਕਰ ਪਿੱਛਾ ਕੀਤਾ ਹੈ। ਸ਼ੀਕੂ ਦੀ ਮਾਂ ਰੰਜ ਰਾਜੀ ਹੋ ਕੇ ਟੁਰ ਗਈ ਤੇ ਮੈਂ ਬੱਕਰੇ ਕੋਲੋਂ ਪੁੱਛਿਆ ਤੇ ਇਹ ਸੁਣ ਕੇ ਮੇਰਾ ਹਾਸਾ ਨਿਕਲ ਗਿਆ ਭਈ ਉਸ ਦਿਨ ਸ਼ੀਕੂ ਨਾਈ ਨੇ ਉਸੇ ਰੰਗ ਦੀ ਚਾਦਰ ਦੀ ਬੁੱਕਲ ਮਾਰੀ ਹੋਈ ਸੀ ਜਿਸ ਰੰਗ ਦੀ ਮੇਰੀ ਚਾਦਰ ਸੀ, ਤੇ ਕਾਲਾ ਇਹ ਸਮਝ ਕੇ ਸ਼ੀਕੂ ਨਾਈ ਦੇ ਪਿੱਛੇ ਲੱਗਾ ਰਿਹਾ ਭਈ ਉਹ ਮੇਰੇ ਪਿੱਛੇ ਦੌੜ ਰਿਹਾ ਹੈ। ਬੱਕਰੇ ਨੇ ਵੀ ਇਸ ਲਤੀਫੇ ਉੱਤੇ ਹੱਸਣ ਦੀ ਕੋਸ਼ਿਸ਼ ਕੀਤੀ, ਪਰ ਉਹ ਹੱਸ ਨਾ ਸਕਿਆ ਤੇ ਬੜਾ ਚਿਰ ਇਸ ਗੱਲ ਤੇ ਉਦਾਸ ਰਿਹਾ ਭਈ ਉਹਨੂੰ ਮੇਰੇ ਵਾਂਗ ਹੱਸਣਾ ਨਹੀਂ ਸੀ ਆਉਂਦਾ। ਪਰ ਦੂਜੇ ਦਿਹਾੜੇ ਇਹ ਸੁਣ ਕੇ ਭਈ ਉਹਦੀ ਮਾਂ ਸੇਮ ਨਾਲੇ ਦੇ ਪੁਲ ਤੋਂ ਢਹਿ ਕੇ ਫੱਟੜ ਹੋ ਗਈ ਹੈ ਤੇ ਉਹਨੂੰ ਹਲਾਲ ਕੀਤਾ ਜਾ ਰਿਹਾ ਹੈ, ਅਸੀਂ ਦੋਵੇਂ ਘਾਬਰ ਗਏ। ਮੈਂ ਉਹਨੂੰ ਤਸੱਲੀਆਂ ਦਿੰਦਾ ਰਿਹਾ ਤੇ ਉਹਦਾ ਦਿਲ ਪਰਚਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਪਰ ਅਗਲੇ ਦਿਨ ਜਦੋਂ ਉਹਨੂੰ ਪਤਾ ਲੱਗਾ ਕਿ ਮੈਂ ਵੀ ਉਹਦੀ ਮਾਂ ਦਾ ਮਾਸ ਖਾਧਾ ਹੈ, ਉਹ ਮੇਰੇ ਕੋਲੋਂ ਤ੍ਰਹਿਣ ਲੱਗ ਪਿਆ ਤੇ ਕਿੰਨੇ ਹੀ ਦਿਹਾੜੇ ਮੇਰੇ ਨੇੜੇ ਆਉਣ ਤੋਂ ਝੱਕਦਾ ਰਿਹਾ। ਮੈਂ ਅੱਗੇ ਹੋ ਕੇ ਉਹਨੂੰ ਪਿਆਰ ਕਰਨ ਲੱਗਦਾ। ਉਹ ਸਮਝਦਾ ਮੈਂ ਦੰਦਾਂ ਨਾਲ ਉਹਦੀ ਬੋਟੀ ਪੁੱਟਣ ਲੱਗਾ। ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਭਈ ਮੈਂ ਬੰਦਾ ਬਘਿਆੜ ਨਹੀਂ। ਅਸੀਂ ਬੰਦੇ ਜਿਉਂਦੇ ਜਨੌਰਾਂ ਪਸ਼ੂਆਂ ਨੂੰ ਨਹੀਂ ਖਾਂਦੇ, ਖਾਣ ਤੋਂ ਪਹਿਲੋਂ ਉਹਨਾਂ ਨੂੰ ਮਾਰ ਲੈਂਦੇ। ਕੱਚਾ ਨਹੀਂ ਚਿੱਥ ਜਾਂਦੇ। ਚਿੱਥਣ ਤੋਂ ਪਹਿਲਾਂ ਅੱਗ ਉੱਤੇ ਸਾੜ ਭੁੰਨ ਲੈਂਦੇ ਆ। ਫਿਰ ਹੌਲੀ ਹੌਲੀ ਕਿੰਨੇ ਦਿਨਾਂ ਪਿੱਛੋਂ ਜਾ ਕੇ ਉਹਦਾ ਡਰ ਲੱਥਾ ਤੇ ਉਹ ਮੇਰੇ ਉੱਤੇ ਇਤਬਾਰ ਕਰਨ ਲੱਗ ਪਿਆ। ਮੈਂ ਮਿਡਲ ਸਕੂਲ ਦਾ ਇਮਤਿਹਾਨ ਪਾਸ ਕਰਕੇ ਸ਼ਹਿਰ ਦੇ ਹਾਈ ਸਕੂਲ ਵਿੱਚ ਦਾਖਲ ਹੋਇਆ ਤੇ ਉਹ ਬਹੁਤ ਉਦਾਸ ਸੀ। ਆਖੇ ਮੈਨੂੰ ਵੀ ਨਾਲ ਲੈ ਚੱਲ। ਉਦਾਸ ਤੇ ਮੈਂ ਵੀ ਸਾਂ, ਪਰ ਉਹਨੇ ਸਕੂਲੇ ਜਾ ਕੇ ਕੀ ਕਰਨਾ ਸੀ। ਨਾਲੇ ਅਲਫ ਅਨਾਰ ਤੇ ਬੇ ਬੱਕਰੀ ਵਾਲੀ ਕੱਚੀ ਪਹਿਲੀ ਜਮਾਤ ਹੁਣ ਬਹੁਤ ਪਿੱਛੇ ਰਹਿ ਗਈ ਸੀ। ਉਹਨੂੰ ਛੱਡ ਕੇ ਜਾਣਾ ਮੇਰੀ ਮਜਬੂਰੀ ਸੀ।
ਵੱਡੀ ਈਦ ਦੀਆਂ ਛੁੱਟੀਆਂ ਵਿੱਚ ਮੈਂ ਚਾਈਂ ਪਿੰਡ ਆਇਆ, ਪਰ ਇਹ ਸੁਣ ਕੇ ਪਈ ਇਸ ਵਾਰੀ ਈਦ ਉੱਤੇ ਉਹਦੀ ਕੁਰਬਾਨੀ ਹੋਵੇਗੀ, ਮੇਰਾ ਈਦ ਦਾ ਸਾਰਾ ਚਾਅ ਮਿੱਟੀ ਵਿੱਚ ਰਲ ਗਿਆ। ਮੈਂ ਘਰ ਵਾਲਿਆਂ ਦੇ ਬੜੇ ਤਰਲੇ ਕੀਤੇ ਭਈ ਉਹ ਮੇਰੇ ਕਾਲੇ ਨੂੰ ਛੱਡ ਦੇਣ ਤੇ ਕੁਰਬਾਨੀ ਲਈ ਕੋਈ ਹੋਰ ਬੱਕਰਾ ਦੁੰਬਾ ਖਰੀਦ ਲੈਣ ਜਾਂ ਗਾਂ ਵਿੱਚ ਹਿੱਸਾ ਪਾ ਲੈਣ, ਪਰ ਮੇਰੀ ਕਿਸੇ ਨਾ ਮੰਨੀ। ਕਾਲੇ ਨੂੰ ਬਿਲਕੁਲ ਥੋਹ ਨਹੀਂ ਸੀ ਉਹਦੇ ਨਾਲ ਕੀ ਵਰਤਣ ਵਾਲੀ ਹੈ। ਮੈਂ ਵੀ ਉਹਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਕੁਝ ਨਾ ਦੱਸਿਆ। ਉਹ ਮੇਰੇ ਨਾਲ ਖੁਸ਼ ਦੌੜਦਾ, ਛਾਲਾਂ ਮਾਰਦਾ, ਉੱਚੇ ਰੁੱਖਾਂ ਦੇ ਤਣਿਆਂ ਨਾਲ ਲਮਕ ਕੇ ਪੱਤਰ ਖਾਂਦਾ ਤੇ ਮੇਰੀਆਂ ਲੱਤਾਂ ਨਾਲ ਸਿੰਗ ਰਗੜ ਕੇ ਪਿਆਰ ਜਤਾਉਂਦਾ। ਪਰ ਜਦੋਂ ਉਹਨੂੰ ਲਿਟਾ ਕੇ ਛੁਰੀ ਫੇਰਨ ਲੱਗੇ, ਉਹਨੇ ਘਬਰਾ ਕੇ ਮੈਨੂੰ ਸੱਦ ਮਾਰਨੇ ਸ਼ੁਰੂ ਕਰ ਦਿੱਤੇ। ਮੈਂ ਉਹਨੂੰ ਹਲਾਲ ਹੁੰਦਿਆਂ ਨਹੀਂ ਸਾਂ ਵੇਖ ਸਕਦਾ, ਇਸ ਲਈ ਆਪਣੇ ਕਮਰੇ ਵਿੱਚ ਲੁਕ ਗਿਆ ਸਾਂ। ਪਰ ਉਹਦੇ ਹਾੜੇ ਤੇ ਚੀਖ ਪੁਕਾਰ ਮੈਨੂੰ ਸੁਣਾਈ ਦੇ ਰਹੀ ਸੀ। ਖੌਰੇ ਉਹਦਾ ਖਿਆਲ ਸੀ ਮੈਂ ਆ ਕੇ ਉਹਨੂੰ ਬਚਾ ਲਵਾਂਗਾ, ਇਸ ਲਈ ਉਹ ਅਖੀਰ ਵੇਲੇ ਤੀਕਰ ਮੈਨੂੰ ਆਵਾਜ਼ਾਂ ਮਾਰਦਾ ਰਿਹਾ। ਪਰ ਮੈਂ ਡੁਸਕਣ ਤੇ ਅਥਰੂ ਕੇਰਨ ਤੋਂ ਵੱਧ ਕੁਝ ਨਾ ਕਰ ਸਕਿਆ। ਮੇਰਾ ਖਿਆਲ ਸੀ ਹੋਰ ਨਹੀਂ ਤੇ ਮੈਂ ਉਹਦਾ ਮਾਸ ਨਹੀਂ ਖਾਵਾਂਗਾ। ਪਰ ਜਦੋਂ ਭੁੱਜਿਆ ਹੋਇਆ ਗੋਸ਼ਤ ਪੱਕ ਕੇ ਮੇਰੇ ਸਾਹਮਣੇ ਆਇਆ, ਉਹਦੀ ਖੁਸ਼ਬੂ ਸੁੰਘ ਕੇ ਮੇਰੇ ਮੂੰਹ ਵਿੱਚ ਪਾਣੀ ਆ ਗਿਆ ਤੇ ਮੈਂ ਰੱਜ ਕੇ ਬੋਟੀਆਂ ਖਾਧੀ। ਪਰ ਇਹਦੇ ਪਿੱਛੋਂ ਮੈਂ ਕਦੀ ਕਿਸੇ ਬੱਕਰੇ ਜਾਂ ਪਾਲਤੂ ਜਾਨਵਰ ਨਾਲ ਯਾਰੀ ਨਹੀਂ ਲਾਈ। ਹਰ ਬਕਰੀਦ ਤੇ ਸਾਡੇ ਘਰ ਬੱਕਰਾ ਜਾਂ ਦੁੰਬਾ ਆਉਂਦਾ ਹੈ ਤੇ ਹਲਾਲ ਹੁੰਦਾ ਹੈ, ਪਰ ਮੈਂ ਉਹਦੇ ਕੋਲੋਂ ਦੂਰ ਰਹਿਣਾ। ਕੋਸ਼ਿਸ਼ ਕਰਦਾ ਉਹਦੇ ਨਾਲ ਦੋਸਤੀ ਜਾਂ ਪਿਆਰ ਨਾ ਹੋਵੇ, ਕਿਉਂ ਜੇ ਫੇਰ ਬਹੁਤਾ ਅਫਸੋਸ ਹੁੰਦਾ ਹੈ। ਅੱਬੇ ਹੋਰਾਂ ਕਈ ਵਾਰੀ ਮੱਤ ਦਿੱਤੀ ਪਈ ਜਾਨਵਰ ਨਾਲ ਜਿੰਨੀ ਬਹੁਤੀ ਮੁਹੱਬਤ ਹੋਵੇ ਓਨਾ ਹੀ ਬਹੁਤਾ ਸਵਾਬ ਮਿਲਦਾ ਹੈ, ਪਰ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਸੀ। ਮੈਂ ਕੁਰਬਾਨੀ ਦੇ ਵੇਲੇ ਕਿਸੇ ਰਿਸ਼ਤੇਦਾਰ ਜਾਂ ਦੋਸਤ ਵੱਲ ਟੁਰ ਜਾਂਦਾ ਤੇ ਉਦੋਂ ਪਰਤਦਾ ਜਦੋਂ ਖਲ ਲੈ ਗਈ ਹੁੰਦੀ। ਅੱਬੇ ਹੋਰਾਂ ਦਾ ਖਿਆਲ ਸੀ ਭਈ ਇਸ ਤਰ੍ਹਾਂ ਈਮਾਨ ਕਮਜ਼ੋਰ ਪੈ ਜਾਂਦਾ ਹੈ, ਪਰ ਮੈਂ ਈਮਾਨ ਨੂੰ ਕਮਜ਼ੋਰ ਨਾ ਪੈਣ ਦਿੰਦਾ। ਖਲ ਲੈ ਜਾਣ ਪਿੱਛੋਂ ਵੱਢਣ ਟੁੱਕਣ, ਬੋਟੀਆਂ ਚੀਰਨ ਤੇ ਖੈਸ਼ਾਂ ਦਰਵੇਸ਼ਾਂ ਵਿੱਚ ਵੰਡਣ ਵਿੱਚ ਘਰ ਵਾਲਿਆਂ ਦਾ ਹੱਥ ਵਡਾਉਂਦਾ। ਮੈਨੂੰ ਬੱਕਰੇ ਤੇ ਤਰਸ ਸਿਰਫ ਉਸ ਵੇਲੇ ਤੀਕ ਹੀ ਆਉਂਦਾ ਸੀ ਜਦੋਂ ਤਿੱਕਰ ਉਹ ਜਿਉਂਦਾ ਹੁੰਦਾ ਤੇ ਵੇਖ, ਸੁਣ, ਬੋਲ ਤੇ ਮਹਿਸੂਸ ਕਰ ਸਕਣ ਜੋਗਾ ਹੁੰਦਾ। ਇੱਕ ਗੱਲ ਹੋਰ ਪਈ, ਮੈਨੂੰ ਸਿਰੀ ਤੋਂ ਬਹੁਤ ਡਰ ਲੱਗਦਾ। ਮੈਂ ਕਸਾਈ ਦੀ ਹੱਟੀ ਤੇ ਵੀ ਬੱਕਰੇ ਜਾਂ ਦੁੰਬੇ ਦੀ ਸਿਰੀ ਵੇਖਦਾ ਤੇ ਉਹਦੀਆਂ ਬੇਜਾਨ ਅੱਖਾਂ ਦਾ ਸਾਹਮਣਾ ਨਾ ਕਰ ਸਕਦਾ। ਮੈਨੂੰ ਇੰਜ ਜਾਪਦਾ ਜਿਵੇਂ ਉਹ ਮੇਰੇ ਹੀ ਵੱਲ ਵੇਖ ਰਹੀਆਂ ਹੋਣ ਤੇ ਕੁਝ ਆਖ ਰਹੀਆਂ ਹੋਣ। ਮੇਰੀ ਇਹ ਕੋਸ਼ਿਸ਼ ਵੀ ਹੁੰਦੀ ਭਈ ਮੈਂ ਕਿਸੇ ਬੱਕਰੇ ਨੂੰ ਪਤਾ ਨਾ ਲੱਗਣ ਦਿਆਂ ਵੀ ਮੈਂ ਉਹਦੀ ਬੋਲੀ ਜਾਣਦਾ। ਮੈਂ ਘਰ ਵਾਲਿਆਂ ਤੇ ਵਾਕਫਕਾਰਾਂ ਤੋਂ ਵੀ ਇਹ ਗੱਲ ਲੁਕਾਉਂਦਾ, ਪਰ ਬੱਕਰਿਆਂ ਦੀ ਬੋਲੀ ਜਾਣ ਕੇ ਮੇਰੇ ਲਈ ਬੜੀ ਔਖੀ ਤੇ ਮੁਸ਼ਕਿਲ ਸੂਰਤ ਹਾਲ ਪੈਦਾ ਹੋ ਗਈ ਸੀ। ਬਾਜ਼ੇ ਵੇਲੇ ਮੈਨੂੰ ਜਾਪਦਾ ਮੈਂ ਆਪੋ ਅੰਦਰੋਂ ਬੱਕਰਾ ਬਣਦਾ ਜਾ ਰਿਹਾ। ਘਰ ਵਾਲਿਆਂ ਕਈ ਵਾਰੀ ਕੀਤੀ ਪਈ ਮੈਂ ਈਦ ਦੀ ਕੁਰਬਾਨੀ ਖੁਦ ਕਰਾਂ, ਮਤਲਬ ਇਹ ਪਈ ਆਪਣੇ ਹੱਥ ਨਾਲ ਬੱਕਰੇ ਦੇ ਗਲ ਤੇ ਛੁਰੀ ਫੇਰਾਂ। ਉਹਨਾਂ ਦਾ ਕਹਿਣਾ ਸੀ ਭਈ ਇਹ ਸੁੰਨਤ ਏ। ਮੌਲਵੀ ਹੋਰਾਂ ਵੀ ਮੈਨੂੰ ਬਹੁਤ ਸਮਝਾਇਆ ਤੇ ਦੱਸਿਆ ਭਈ ਇਹ ਇਸ ਲਈ ਵੀ ਜ਼ਰੂਰੀ ਏ ਜੇ ਰੱਬ ਦੀ ਰਾਹ ਵਿੱਚ ਖੂਨ ਬਹਾਉਣ ਦਾ ਜਜ਼ਬਾ ਤੇ ਜੁਰਤ ਪੈਦਾ ਹੁੰਦੀ ਏ ਤੇ ਬੰਦਾ ਜਿਹਾਦ ਵਿੱਚ ਹਿੱਸਾ ਲੈਣ ਦੀ ਤਰਬੀਅਤ ਪਾਉਂਦਾ ਹੈ। ਪਰ ਮੈਂ ਇਹ ਕਦੀ ਨਾ ਕਰ ਸਕਿਆ, ਕਿਉਂ ਜੇ ਜ਼ਿਬਾ ਹੋਣ ਵੇਲੇ ਬੱਕਰੇ ਜਿਸ ਤਰ੍ਹਾਂ ਡਰ ਨਾਲ ਕੰਬਦੇ ਤੇ ਤਰਲੇ ਪਾਉਂਦੇ ਨੇ, ਉਹ ਸਿਰਫ ਮੈਂ ਹੀ ਸੁਣ ਤੇ ਸਮਝ ਸਕਣਾ ਤੇ ਸਿਰਫ ਮੈਨੂੰ ਹੀ ਇਸ ਗੱਲ ਦਾ ਗਵੇੜ ਏ ਭਈ ਕਿਸੇ ਹਮ ਜ਼ੁਬਾਨ ਨੂੰ ਜ਼ਿਬਾ ਕਰਨਾ ਕਿੰਨਾ ਔਖਾ ਕੰਮ ਹੈ। ਅਖੇ ਮਜ਼ਾ ਛੁਰੀ ਦਾ ਪੁੱਛੀਏ ਕੁੱਠਿਆਂ ਤੋਂ, ਜਿਨ੍ਹਾਂ ਜ਼ਿਬਾ ਕੀਤੇ ਉਹ ਕੀ ਜਾਣਦੇ ਨੇ। ਕਿਸੇ ਹਮ ਜ਼ੁਬਾਨ ਨੂੰ ਹਲਾਲ ਕਰਨਾ ਕਿਸੇ ਆਮ ਤੇ ਮਾਮੂਲੀ ਬੰਦੇ ਦੇ
ਵੱਸ ਦੀ ਗੱਲ ਨਹੀਂ। ਮੈਂ ਸੋਚਦਾ ਆਮ ਬੰਦਾ ਕਿਸੇ ਹਮਜ਼ਬਾਨ ਤੇ ਹਮ ਜਿਨਸ ਨੂੰ ਕਤਲ ਤੇ ਕਰ ਸਕਦਾ ਹੈ, ਹਲਾਲ ਨਹੀਂ। ਇਹਦੇ ਲਈ ਪੈਗੰਬਰ ਦਾ ਦਿਲ ਤੇ ਜੇਰਾ ਚਾਹੀਦਾ ਹੈ। ਉਹਨਾਂ ਨੂੰ ਵੀ ਅੱਖਾਂ ਉੱਤੇ ਪੱਟੀ ਬੰਨ੍ਹਣੀ ਪੈਂਦੀ ਹੈ। ਮੈਂ ਕਈ ਵਾਰੀ ਸੋਚਿਆ, ਕਾਸ਼ ਮੈਨੂੰ ਬੱਕਰੀਆਂ ਦੀ ਬੋਲੀ ਨਾ ਆਉਂਦੀ ਹੁੰਦੀ ਤੇ ਮੈਂ ਇਤਨਾ ਬੁਜ਼ਦਿਲ ਨਾ ਹੋ ਜਾਂਦਾ। ਖੈਰ, ਭਾਵੇਂ ਇਸ ਨੂੰ ਈਮਾਨ ਦੀ ਕਮਜ਼ੋਰੀ ਸਮਝਿਆ ਜਾਂਦਾ ਸੀ, ਪਰ ਮੈਂ ਪੱਕੀ ਨੀਅਤ ਕੀਤੀ ਹੋਈ ਸੀ, ਮੈਂ ਆਪਣੇ ਹੱਥ ਨਾਲ ਕਿਸੇ ਡੰਗਰ ਜਾਨਵਰ ਨੂੰ ਜ਼ਿਬਾ ਨਹੀਂ ਕਰਾਂਗਾ। ਪਰ ਮੈਂ ਪਿਛਲੇ ਸਾਲ ਆਪਣੇ ਇਸ ਵਾਅਦੇ ਤੇ ਕਾਇਮ ਨਾ ਰਹਿ ਸਕਿਆ ਤੇ ਇੱਥੋਂ ਹੀ ਸਾਰੇ ਵਿਗਾੜ ਦਾ ਮੁੱਢ ਵੱਜਾ। ਹੋਇਆ ਇੰਜ ਪਈ, ਬੜੀਆਂ ਦੁਆਵਾਂ ਤੇ ਮੰਨਤਾਂ ਨਾਲ ਮੈਨੂੰ ਅੱਲਾ ਨੇ ਪੁੱਤਰ ਦਿੱਤਾ। ਬੜਾ ਸੋਹਣਾ, ਗੋਲ ਮਟੋਲ ਤੇ ਲੀਲੇ ਵਾਂਗੂ ਕੂੜਾ ਤੇ ਪਿਆਰਾ। ਅੱਬੇ ਹੋਰਾਂ ਝੱਟ ਅਕੀਕੇ ਲਈ 2 ਬੱਕਰੇ ਮੰਗਵਾ ਲਏ। ਸ਼ਹਿਰ ਵਿੱਚ ਰਹਿੰਦਿਆਂ ਹੁਣ ਬੱਕਰਿਆਂ ਨਾਲ ਕਦੀ ਕਦਾਈ ਮੁਲਾਕਾਤ ਹੁੰਦੀ ਸੀ ਤੇ ਉਹਨਾਂ ਨਾਲ ਗੱਲਬਾਤ ਕਰਨ ਤੋਂ ਤੇ ਮੈਂ ਆਪੋ ਵੀ ਕਤਰਾਉਂਦਾ ਸਾਂ। ਪਰ ਅਕੀਕੇ ਦੇ ਦੋਵੇਂ ਹੀ ਬੱਕਰੇ ਕਈ ਦਿਹਾੜੇ ਮੇਰੇ ਕਮਰੇ ਦੀ ਬਾਰੀ ਨਾਲ ਵਿਹੜੇ ਵਿੱਚ ਬੱਧੇ ਰਹੇ। ਖਿਆਲ ਸੀ ਪਈ ਜੁਮੇਰਾਤ ਨੂੰ ਅਕੀਕਾ ਕਰਾਂਗੇ, ਪਰ ਆਪਾਂ ਨੂੰ ਆਉਣ ਵਿੱਚ ਦੇਰ ਹੋ ਗਈ। ਸ਼ਾਇਦ ਉਹਨਾਂ ਦਾ ਕੋਈ ਦੇਵਰ ਜੇਠ ਬਿਮਾਰ ਸੀ। ਦੋਵੇਂ ਬੱਕਰੇ ਰਾਤ ਨੂੰ ਉਗਾਲੀ ਕਰਦੇ, ਅਚਰਜ ਜਿਹੀਆਂ ਗੱਲਾਂ ਕਰਦੇ ਰਹਿੰਦੇ। ਪਤਾ ਨਹੀਂ ਉਹਨਾਂ ਨੂੰ ਆਪਣੀ ਲਿਖੀ ਦੀ ਕਿਵੇਂ ਕੀੜ ਹੋ ਗਈ ਸੀ। ਛੋਟਾ ਬਹੁਤ ਘਾਬਰਿਆ ਹੋਇਆ ਸੀ। ਇੱਕ ਰਾਤੀਂ ਆਖਣ ਲੱਗਾ, ਜ਼ਿਬਾ ਕਿਵੇਂ ਕਰਦੇ ਨੇ? ਭੋਏ ਤੇ ਲੰਮਿਆਂ ਪਾ ਕੇ ਗਲ ਤੇ ਛੁਰੀ ਫੇਰਦੇ ਨੇ। ਵੱਡੇ ਦੱਸਿਆ, ਤਕਲੀਫ ਤੇ ਬੜੀ ਹੁੰਦੀ ਹੋਵੇਗੀ। ਆਹੋ, ਮੈਂ ਇੱਕ ਵਾਰੀ ਵੇਖਿਆ ਸੀ, ਬੜੇ ਚਿਰ ਤੀਕ ਜਿੰਦ ਨਿਕਲਦੀ ਰਹਿੰਦੀ ਹੈ। ਹਲਾਲ ਕਿਉਂ ਕਰਦੇ ਨੇ? ਖਾਣ ਲਈ। ਇਹਨਾਂ ਦੇ ਮੂੰਹਾਂ ਵਿੱਚ ਵੀ ਬਘਿਆੜਾਂ ਦੇ ਦੰਦ ਹੁੰਦੇ ਨੇ। ਮੇਰੀ ਤੇ ਡਰ ਨਾਲ ਹੁਣੇ ਤੋਂ ਜਾਨ ਨਿਕਲ ਚੱਲੀ ਹੈ। ਡਰ ਤੇ ਮੈਨੂੰ ਵੀ ਬਹੁਤ ਲੱਗ ਰਿਹਾ ਹੈ। ਕੀ ਦੋਵਾਂ ਨੂੰ ਇਹ ਵਾਰੀ ਜ਼ਿਬਾ ਕਰਨਗੇ ਕਿ ਦੋਵਾਂ ਨੂੰ ਇੱਕੇ ਵਾਰੀ ਜ਼ਿਬਾ ਕਰਨਗੇ? ਨਹੀਂ, ਸ਼ਾਇਦ ਵਾਰੀ। ਪਹਿਲੇ ਕੌਣ ਜ਼ਿਬਾ ਹੋਏਗਾ? ਤੈਨੂੰ ਬਹੁਤਾ ਡਰ ਲੱਗਦਾ ਹੈ, ਇਸ ਲਈ ਪਹਿਲੇ ਮੈਂ। ਨਹੀਂ, ਤੈਨੂੰ ਹਲਾਲ ਹੁੰਦਿਆਂ ਵੇਖ ਕੇ ਤੇ ਮੈਂ ਹੋਰ ਵੀ ਬਦਦਿਲ ਹੋ ਜਾਵਾਂਗਾ, ਇਸ ਲਈ ਪਹਿਲੇ ਮੈਂ। ਨਹੀਂ ਮੈਂ। ਬੜਾ ਚਿਰ ਮੈਂ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ। ਫਿਰ ਉੱਠ ਕੇ ਬਾਰੀ ਬੰਦ ਕਰ ਦਿੱਤੀ, ਪਰ ਸਾਰੀ ਰਾਤ ਮੈਨੂੰ ਨੀਂਦ ਨਾ ਆਈ। ਅਗਲੇ ਦਿਨ ਛੁੱਟੀ ਸੀ। ਮੈਂ ਚਿਰ ਨਾਲ ਸੌਂ ਕੇ ਉੱਠਿਆ ਤੇ ਵੇਖਿਆ ਘਰ ਵਿੱਚ ਦੁਪਹਿਰ ਦੇ ਖਾਣੇ ਦੀਆਂ ਤਿਆਰੀਆਂ ਹੋ ਰਹੀਆਂ ਸਨ। ਤੱਕਿਆ, ਕਬਾਬਾਂ ਤੇ ਕੋਫਤਿਆਂ ਲਈ ਥੋਮ ਗੰਢਾ ਛਿੱਲਿਆ ਤੇ ਮਿਰਚ ਮਸਾਲਾ ਘੋਟਿਆ ਪੀਸਿਆ ਜਾ ਰਿਹਾ ਸੀ। ਸਗੋਂ ਬਾਲਟੀ ਗੋਸ਼ਤ ਦਾ ਪ੍ਰੋਗਰਾਮ ਵੀ ਬਣ ਰਿਹਾ ਸੀ। ਅੱਬੇ ਹੋਰੀ ਖੌਰੇ ਕਸਾਈ ਨੂੰ ਸੱਦਣ ਗਏ ਹੋਏ ਸਨ। ਕਾਲ ਬੈਲ ਦੀ ਆਵਾਜ਼ ਸੁਣ ਕੇ ਮੈਂ ਬਾਹਰ ਗਿਆ। ਨਾਲ ਦੀ ਮਸੀਤ ਤੋਂ ਦੀਨੀ ਮਦਰਸੇ ਦਾ ਤਾਲਿਬ ਇਲਮ ਮੁੰਡਾ ਖੱਲਾਂ ਬਾਰੇ ਪਤਾ ਕਰਨ ਆਇਆ ਸੀ ਕਿ ਲੱਥੀਆਂ ਨੇ ਕਿ ਨਹੀਂ। ਮੈਂ ਉਹਨੂੰ ਦੱਸਿਆ ਵੀ ਅਜੇ ਨਹੀਂ ਲੱਥੀਆਂ। ਅਜੇ ਤੀਕ ਨਹੀਂ ਲੱਥੀਆਂ? ਉਹਨੇ ਹੈਰਾਨ ਹੋ ਕੇ ਪੁੱਛਿਆ। ਹਲਾਲ ਕਰਨ ਤੋਂ ਪਹਿਲਾਂ ਕਿਸ ਤਰ੍ਹਾਂ ਲਾ ਸਕਨੇ ਆ? ਆਹੋ ਜੀ, ਇਹ ਵੀ ਠੀਕ ਹੈ। ਮੈਂ ਫੇਰ ਆ ਜਾਵਾਂਗਾ। ਜਦੋਂ ਜ਼ਿਬਾ ਕਰਨ ਦਾ ਵੇਲਾ ਆਇਆ, ਮੈਂ ਘਰੋਂ ਨਿਕਲ ਜਾਣਾ ਚਾਹੁੰਦਾ ਸਾਂ, ਪਰ ਅੱਬੇ ਹੋਰਾਂ ਮੇਰੇ ਹੱਥ ਵਿੱਚ ਛੁਰੀ ਫੜਾ ਦਿੱਤੀ ਤੇ ਹੁਕਮ ਦਿੱਤਾ ਵੀ ਮੈਂ ਹਲਾਲ ਕਰਾਂ। ਮੈਂ ਬੜੀ ਕੋਸ਼ਿਸ਼ ਕੀਤੀ, ਪਰ ਉਹਨਾਂ ਖਿਸਕਣ ਨਾ ਦਿੱਤਾ। ਪਹਿਲੋਂ ਨਿੱਕੇ ਨੂੰ ਲਿਆਏ। ਉਹ ਥਰ-ਥਰ ਕੰਬ ਰਿਹਾ ਸੀ ਤੇ ਡਰ ਨਾਲ ਮਿਆਕ ਰਿਹਾ ਸੀ। ਮੈਨੂੰ ਬੜਾ ਤਰਸ ਆਇਆ। ਮੈਂ ਆਖਿਆ, ਪਹਿਲਾਂ ਵੱਡੇ ਨੂੰ ਲਿਆਓ। ਵੱਡੇ ਨੂੰ ਲਿਆਏ ਤੇ ਉਹ ਉੱਚੀ ਚੀਕਣ ਲੱਗ ਪਿਆ। ਫਿਰ ਗਲੇਡੂ ਭਰ ਕੇ ਨਿੱਕੇ ਨੂੰ ਆਖਣ ਲੱਗਾ, ਮੂੰਹ ਦੂਜੇ ਪਾਸੇ ਕਰ ਲੈ ਛੋਟੇ। ਛੋਟੇ ਦਾ ਆਪਣੀ ਥਾਈਂ ਖਲੇ ਖਲੋਤੇ ਦਾ ਮੂਤਰ ਨਿਕਲ ਗਿਆ। ਮੈਨੂੰ ਉਹਦੀ ਰਾਤ ਵਾਲੀ ਗੱਲ ਯਾਦ ਆਈ।
ਮੈਂ ਸੋਚਿਆ ਜੇ ਵੱਡੇ ਨੂੰ ਪਹਿਲਾਂ ਹਲਾਲ ਕੀਤਾ ਤੇ ਨਿੱਕਾ ਹੌਲ ਨਾਲ ਮਰ ਜਾਏਗਾ। ਮੈਂ ਆਖਿਆ ਪਹਿਲਾਂ ਛੋਟੇ ਨੂੰ ਹੀ ਲਿਆਓ। ਅਸਲ ਵਿੱਚ ਮੇਰੇ ਆਪਣੇ ਲਈ ਇਹ ਫੈਸਲਾ ਕਰਨਾ ਬੜਾ ਔਖਾ ਹੋ ਗਿਆ ਸੀ ਭਈ ਪਹਿਲੋਂ ਕਿਹੜੇ ਨੂੰ ਜ਼ਿਬਾ ਕਰਾਂ। ਉਹ ਛੋਟੇ ਨੂੰ ਲੈ ਆਏ। ਜਦੋਂ ਉਹਨੂੰ ਜ਼ਮੀਨ ਤੇ ਲਿਟਾਇਆ ਗਿਆ, ਉਹਨੇ ਉੱਚੀ ਉੱਚੀ ਰੋਣਾ ਤੇ ਮਿਆਕਣਾ ਸ਼ੁਰੂ ਕਰ ਦਿੱਤਾ। ਹਾਏ ਮਾਂ, ਮੈਂ ਮੋਇਆ। ਹਾਏ ਮਾਂ, ਮੈਂ ਮੋਇਆ। ਇਹਨੂੰ ਮਰਨ ਨਹੀਂ ਆਖਦੇ। ਮੇਰੇ ਮੂੰਹੋਂ ਅਚਾਨ ਚੱਕ ਨਿਕਲ ਗਿਆ। ਹੌਸਲਾ ਕਰ ਤੂੰ, ਰੱਬ ਦੀ ਰਾਹ ਵਿੱਚ ਕੁਰਬਾਨ ਹੋ ਰਿਹਾ। ਬੱਕਰੇ ਨੇ ਤੜਫ ਕੇ ਤੋੜ ਚੁੱਕੀ ਤੇ ਮੇਰੇ ਵੱਲ ਇਸ ਤਰ੍ਹਾਂ ਵੇਖਿਆ ਜਿਵੇਂ ਸਿਆਣਨ ਦੀ ਕੋਸ਼ਿਸ਼ ਕਰ ਰਿਹਾ। ਫੇਰ ਉਹਨੇ ਇੱਕ ਲੰਮਾ ਸਾਹ ਲਿਆ ਤੇ ਛੁਰੀ ਥੱਲੇ ਆਪਣੀ ਧੌਣ ਢਿੱਲੀ ਛੱਡ ਦਿੱਤੀ। ਮੈਂ ਅੱਲਾਹੁ ਅਕਬਰ ਪੜ੍ਹ ਕੇ ਛੁਰੀ ਚਲਾਈ ਤੇ ਉਹ ਹਲਾਲ ਹੋ ਗਿਆ। ਪਰ ਜਦੋਂ ਖਾਣ ਦਾ ਮੌਕਾ ਆਇਆ, ਮੈਨੂੰ ਮਾਸ ਵਿੱਚੋਂ ਉਸ ਤਰ੍ਹਾਂ ਦੀ ਉਛਾਣ ਆਈ ਜਿਵੇਂ ਦੀ ਆਪਣੇ ਸੱਜਰੇ ਜੰਮੇ ਪੁੱਤਰ ਕੋਲੋਂ ਆਉਂਦੀ ਸੀ, ਤੇ ਮੈਂ ਖਾਣ ਤੋਂ ਹੱਥ ਰੋਕ ਲਿਆ। ਇਹਦੇ ਬਾਅਦ ਮੈਂ ਕੋਸ਼ਿਸ਼ ਦੇ ਬਾਵਜੂਦ ਮਾਸ ਕਦੀ ਨਾ ਖਾ ਸਕਿਆ। ਹੁਣ ਉਹ ਮੇਰੇ ਉੱਤੇ ਫਤਵਾ ਲਾਉਣ ਨੂੰ ਫਿਰਦੇ ਨੇ। ਉਹਨਾਂ ਨੂੰ ਸ਼ੱਕ ਹੈ ਪਈ ਮੈਂ ਆਪਣਾ ਅਕੀਦਾ ਬਦਲ ਲਿਆ ਹੈ, ਪਰ ਇਹ ਝੂਠ ਹੈ। ਮੈਂ ਅਕੀਦਾ ਨਹੀਂ ਬਦਲਿਆ, ਮੈਂ ਤੇ ਸਿਰਫ ਮਾਸ ਖਾਣਾ ਛੱਡਿਆ।